ਜਿਸ ਦੇ ਚਿਤ ਵਸਿਆ ਮੇਰਾ ਸੁਆਮੀ, ਜਿਸ ਦੇ ਚਿਤ ਵਸਿਆ ਮੇਰਾ ਸੁਆਮੀ, ਤਿਸਨੋ ਕੋ ਅਦੇਸਾ ਕਿਸੇ ਗੱਲੇ ਦਾ ਲੋੜੀਐ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸਨੋ ਧਿਆਇਂਦਿਆਂ ਕੇਵ ਨਿਮਕ ਘੜੀ ਮੋਹ ਮੋੜੀਐ। ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ। ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ, ਮੋਹ ਜੋੜੀਐ। ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੁਆ ਹਰ ਭਗਤ, ਹਰ ਭਗਤ ਜਨਾ ਕੈ। ਮੋਹ ਡਿਠੈ ਜਗਤ ਤਰਿਆ ਸਭ ਲੋੜੀਐ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਰਬੱਤ ਮਾਈ ਭਾਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾਉਣ ਦੇ ਆਪਾਂ ਸਾਰੇ ਜਣੇ ਯਤਨਸ਼ੀਲ ਹੋਏ ਹਾਂ। ਆਪ ਜੀ ਉਹਨੇ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਕਥਾ ਵਿਚਾਰ ਦੇ ਨਾਲ ਸਾਂਝ ਪਾਈਏ। ਅੱਜ ਦਾ ਜੋ ਪਾਵਨ ਸ਼ਬਦ ਹੈ 550 ਅੰਗ ਤੇ ਸਬਾਇਮਾਨ ਹੈ ਔਰ ਇਹ ਸ਼ਬਦ ਤੀਸਰੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਆਪ ਜੀਓ ਨੇ ਜੋ ਸਰਵਣ ਕੀਤਾ ਹੈ, ਆਓ ਗੁਰਮੁਖ ਪਿਆਰਿਓ ਉਦਮ ਖੰਡ ਅੰਦਰ ਪ੍ਰਵੇਸ਼ ਕਰੀਏ ਤੇ ਗੁਰੂ ਦੀ ਗੋਦ ਵਿੱਚ ਆਣ ਕੇ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾਈਏ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਹਰ ਬੰਦਾ ਸਵਰਗਾਂ ਦੇ ਵਿੱਚ ਜਾਣਾ ਚਾਹੁੰਦਾ ਹੈ, ਹਰ ਬੰਦਾ ਸੱਚਖੰਡ ਵਿੱਚ ਜਾਣਾ ਚਾਹੁੰਦਾ ਹੈ। ਦੁਨੀਆ ਦਾ ਕੋਈ ਵੀ ਐਸਾ ਬੰਦਾ ਨਹੀਂ ਹੋਣਾ ਜਿਹੜਾ ਕਵੇ ਮੈਨੂੰ ਨਰਕ ਮਿਲੇ, ਮੈਂ ਸੱਚਖੰਡ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਨਰਕਾਂ ਵਿੱਚ ਜਾਣਾ ਚਾਹੁੰਦਾ ਹਾਂ। ਦੁਨੀਆ ਦਾ ਕੋਈ ਐਸਾ ਬੰਦਾ ਨਹੀਂ ਹੋਣਾ, ਹਰ ਬੰਦਾ ਚਾਹੁੰਦਾ ਮੈਂ ਸਵਰਗਾਂ 'ਚ ਜਾਵਾਂ, ਮੈਂ ਸੱਚਖੰਡ ਵਿੱਚ ਜਾਵਾਂ। ਪਰ ਗੁਰਮੁਖ ਪਿਆਰਿਓ ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਗੁਰੂ ਦੀ ਮੱਤ ਮੁਤਾਬਕ ਜੇ ਤੂੰ ਸਵਰਗਾਂ ਵਿੱਚ ਜਾਣਾ ਚਾਹੁੰਦਾ ਹੈ, ਜੇ ਤੂੰ ਸੱਚਖੰਡ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਜਿਵੇਂ 2 ਦਰਵਾਜ਼ੇ ਨੇ ਉਹ ਤੈਨੂੰ ਪਾਰ ਕਰਨੇ ਪੈਣੇ ਨੇ। ਜਿਵੇਂ ਜੇ ਪਿੰਡ ਵਿੱਚ ਪ੍ਰਵੇਸ਼ ਕਰਨਾ ਹੋਵੇ ਤਾਂ ਡਿਉੜੀ ਦੇ ਵਿੱਚ ਦੀ ਲੰਘਣਾ ਪੈਂਦਾ ਹੈ, ਰਾਜ ਭਾਗ ਦੇ ਵਿੱਚ ਪ੍ਰਵੇਸ਼ ਕਰਨਾ ਹੋਵੇ ਤਾਂ ਡਿਉੜੀ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਗੁਰਮੁਖ ਪਿਆਰਿਓ ਜੇ ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰਨਾ ਹੋਵੇ ਤਾਂ ਦਰਵਾਜ਼ੇ ਦੇ ਵਿੱਚ ਦੀ ਲੰਘਣਾ ਪੈਂਦਾ ਏ। ਬਾਹਰ ਖਲੋਤਾ ਬੰਦਾ ਆਵਾਜ਼ਾਂ ਮਾਰੀ ਜਾਵੇ ਕਿ ਮੈਂ ਤੇਰੇ ਘਰ ਆਉਣਾ, ਮੈਂ ਤੇਰੇ ਘਰ ਆਉਣਾ, ਤੇ ਘਰ ਵਾਲਾ ਕਹੇਗਾ ਭਾਈ ਲੰਘਿਆ, ਤੇ ਉਹ ਕਹੇ ਨਹੀਂ ਦਰਵਾਜ਼ੇ ਵਿੱਚ ਦੀ ਨਹੀਂ ਮੈਂ ਲੰਘਣਾ। ਉਹ ਕਹੇ ਜੇ ਤੂੰ ਦਰਵਾਜ਼ੇ ਵਿੱਚ ਦੀ ਨਹੀਂ ਲੰਘਣਾ ਫਿਰ ਤੂੰ ਮੇਰੇ ਘਰ ਵਿੱਚ ਨਹੀਂ ਆ ਸਕਦਾ। ਜੇ ਘਰ ਵਿੱਚ ਆਉਣਾ ਹੈ ਤਾਂ ਤੈਨੂੰ ਇਸ ਦਰਵਾਜ਼ੇ ਦੇ ਵਿੱਚ ਦੀ ਲੰਘਣਾ ਪਵੇਗਾ। ਇਸ ਕਰਕੇ ਗੁਰਮੁਖ ਪਿਆਰਿਓ ਜੇ ਸੱਚਖੰਡ ਵਿੱਚ ਜਾਣਾ ਹੈ ਤੇ ਜਿਹੜੇ ਦਰਵਾਜ਼ੇ ਆਉਂਦੇ ਆ ਨਾ ਉਦਮ ਖੰਡ ਦੇ, ਉਹਨਾਂ ਵਿੱਚ ਦੀ ਪ੍ਰਵੇਸ਼ ਕਰਕੇ ਲੰਘਣਾ ਪੈਣਾ ਹੈ। ਸਤਿਗੁਰਾਂ ਦੀ ਬਾਣੀ ਅੰਦਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਦਮ ਖੰਡ ਦੀ ਗੱਲ ਕਰਦੇ ਨੇ। ਜਪਜੀ ਸਾਹਿਬ ਅੰਦਰ ਪਾਤਸ਼ਾਹ ਜੀ ਜੇ ਸੱਚਖੰਡ ਵਿੱਚ ਜਾਣਾ ਚਾਹੁੰਦਾ ਹੈ ਗੁਰਮੁਖ ਪਿਆਰਿਆ ਫਿਰ ਉਦਮ ਖੰਡ ਵਿੱਚ ਜਾਣਾ ਪੈਣਾ ਹੈ ਤੈਨੂੰ। ਉਦਮ ਕਰ, ਅੰਮ੍ਰਿਤ ਵੇਲੇ ਉੱਠ, ਪਾਤਸ਼ਾਹ ਜੀ ਦੀ ਗੋਦ ਵਿੱਚ ਆਣ ਕੇ ਕਥਾ ਵਿਚਾਰ ਦੇ ਨਾਲ ਸਾਂਝ ਪਾ, ਤਾਂ ਤੈਨੂੰ ਸੱਚਖੰਡ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ, ਸਵਰਗ ਪ੍ਰਾਪਤ ਹੋਵੇਗਾ।
आओ अज दे पावन शब्द अंदर सतगुरु जी सानू की समझाउणा करदे ने। सतगुरां दी बाणी नूं समझण दा यतन करिए जी आपां रल मिल के। जिस दे चित वसिया मेरा स्वामी, तिसनो क्यों अदेसा किसै गल्लें दा लोड़ीए। पातशाह जी फरमान करते हैं, कहते जिस मनुख दे हिरदे विच प्यारा प्रभु वस जाता है ना, निवास कर जाता है, उसनों किसी भी गल की चिंता नहीं रहिंदी। फिर उहदे अंदरों सारियां चिंतावां खत्म हो जांदियां ने, सारे फिक्र खत्म हो जाते ने, सारे झोरे खत्म हो जाते ने, जिहदे अंदर परमेश्वर दा वासा हो जाता। सुनियो ध्यान दे नाल, जिस दे चित वसिया मेरा स्वामी, मेरा परमेश्वर मेरा मालक जिहदे हिरदे विच जाके वस गया। चित, चित दा भाव अर्थ है मन। आपां इहनूं मन कह लईए, आपां इहनूं चित कह लईए, आपां इहनूं दिल कह लईए, ये सब इक्को ही अर्थ बनते ने गुरमुख प्यारिओ। वैसे साइंस मुताबक दिल की जिहड़ी परिभाषा होर है, दिल की काम करता है। साइंस के अनुसार दिल शरीर नूं खून दिंदा है, पंप है। मन एक होर चीज़ है। असल दे विच इन्हां दा सारियां दा जिहड़ा संतुलन है वो है दिमाग, वो है बुद्धि। क्योंकि सारियां चीज़ां इत्थों ही पैदा होंदियां ने ते इत्थे ही जाके समा जांदियां ने। बंदे दे दिमाग अंदर की चलदा है वो मन कह सकते हैं आपां भी, मन अंदर की चलदा है सब कुछ दिमाग की गल ही है। तो मेरे पातशाह जी फरमानी बाणी अंदर फरमान करते ने, कहते जिहदे हिरदे विच, जिहदे मन विच, जिहदे चित्त विच वो परमेश्वर अकाल पुरख वस जाता है, उन्होंने किसी तरह का फिक्र, किसी तरह की चिंता नहीं रहिंदी। उहदे अंदरों सारियां जड़ियां चिंतावां ने वो खत्म हो जांदियां ने। हर सुखदाता सबना गल्लां का, तिसनो ध्याएंदियां किव निमक घड़ी मोह मोड़ीए। वो जिहड़ा मेरा परमेश्वर है, प्रभु हर किस्म का सुख देण वाला है, हर तरह का सुख देण वाला वो जिहड़ा मालिक है वो परमेश्वर है। कोई ऐसा सुख नहीं, ऐसी दात नहीं है जिहड़ी उहदे कोले ना होवे। हर तरह दीयां दातां वो साडी झोली विच पाउण वाला। जो मर्जी मंग लईए गुरमुख प्यारिओ, उहदे कोलों आण के दद्दा दाता एक है सब को देवनहार। देण वाला ही वो मालिक है, वो परमेश्वर है। उहदे कोले सारियां दातां ने। दुध मंग ला, पुत मंग ला, धन दौलत मंग ला, सारियां दातां उहदे कोले मौजूद ने। सिर्फ बंदे नूं मंगना आउणा चाहीदा है। मंगना आ जावे फिर सारियां दातां विच आ जांदियां ने गुरमुख प्यारिओ। कोई रब दी प्यारी सी ना भगतनी, तो उहदे घर विच औलाद ना होवे, बच्चा ना होवे, वो किसी महापुरुष कोले चलेगी, उहनूं कहिंदी जी मैनूं बड़ी सेवा कीती पहलां उहने, तो फिर कहिंदी मैनूं पुत्र दी दात दे दिओ। पुत्र है नहीं सी, बहुत लम्मा समा बतीत हो गया। हुण रब दा प्यारा कहंदा माई तेरे कर्मां दे विच पुत्र नहीं हैगा, पुत्र नहीं मिल सकदा तैनूं, होर कुछ मंग ला, धन दौलत मंग ला मिल जू, मंग ला होर कुछ। कहंदी होर मैं की करना कुछ, मैनूं ते पुत्र दी लोड़ है। एक दिन अगे भी आपां बेनती कीती सी, बंदे कोले कोठी होवे, बंगला होवे, धन दौलत बहुत बेशुमार है, जमीन जायदाद, जे पुत्र नहीं तो कख भी नहीं। कहंदी मैनूं पुत्र चाहिदा, कहंदा पुत्र नहीं मिल सकदा, तेरे कर्मां च नहीं हैगा। बड़ी उदास हो के वापस आ रही है। अगे एक होर रब दा प्यारा मिल गया, कहंदा माई बड़ा उदास है, की गल है? कहदी मैं पुत्र की दात लैण वास्ते गई सी फकीर कोले, पर खाली आ गई, मिली नहीं। माई पुत्र मंगिया, की आंदा फकीर, कहंदा तेरे कर्मां विच पुत्र है नहीं, होर जो मर्जी मंग ला।
ਕਹਿੰਦਾ ਆ ਫਿਰ ਤੈਨੂੰ ਮੈਂ ਸਕੀਮ ਦੱਸ ਦੇਵਾਂ, ਤਰੀਕਾ ਦੱਸ ਦੇਵਾਂ, ਇਸ ਤਰੀਕੇ ਨਾਲ ਜਾ ਕੇ ਮੰਗ ਲਈ, ਤੈਨੂੰ ਸਾਰਾ ਕੁਝ ਹੀ ਮਿਲ ਜੂ। ਗੁਰਮੁਖ ਪਿਆਰਿਓ, ਉਹ ਮਾਈ ਨੂੰ ਉਹਨੇ ਤਰੀਕਾ ਦੱਸਿਆ। ਮਾਈ ਫਿਰ ਜਾ ਕੇ ਸੇਵਾ ਕਰਨ ਲੱਗ ਪਈ। ਨਿਗਾਹ ਹੋਈ, ਮਾਈ ਤੈਨੂੰ ਕਿਹਾ ਸੀ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਹੈ ਨਹੀਂ, ਤੂੰ ਫੇਰ ਆ ਗਈ ਹੈ, ਪੁੱਤਰ ਨਹੀਂ ਮਿਲ ਸਕਦਾ ਤੈਨੂੰ। ਕਹਿੰਦੀ ਪੁੱਤਰ ਨਹੀਂ ਮਿਲ ਸਕਦਾ, ਹੋਰ ਤੇ ਕੁਝ ਦੇ ਸਕਦੇ ਹੋ ਨਾ। ਹਾਂ, ਹੋਰ ਦੁਨੀਆ ਦੀਆਂ ਦਾਤਾਂ ਜੋ ਮਰਜ਼ੀ ਮੰਗ ਲਾ, ਕੋਠੀ ਬੰਗਲਾ, ਧਨ ਦੌਲਤ, ਸੋਨਾ ਚਾਂਦੀ, ਹੀਰੇ ਜਵਾਹਰ ਮੰਗ ਲਾ, ਜੋ ਮਰਜ਼ੀ ਮੰਗ ਲਾ, ਮਿਲੂਗਾ ਤੈਨੂੰ। ਕਹਿੰਦੀ ਪੱਕਾ? ਕਹਿੰਦਾ ਹਾਂ ਪੱਕੀ ਗੱਲ ਹੈ, ਬਚਨ ਹੈ ਫਕੀਰਾਂ ਦੇ ਸਾਧੂਆਂ ਦੇ, ਮਿਲੇਗਾ ਤੈਨੂੰ। ਕਹਿੰਦੀ ਫਿਰ ਇੱਦਾਂ ਕਰੋ, ਜੇ ਤੁੱਠੇ ਹੋ ਨਾ, ਕਹਿੰਦੀ ਮੈਨੂੰ ਦਾਤ ਦੇ ਦਿਓ, ਮੇਰੇ ਘਰ ਦੇ ਵਿੱਚ ਸੋਨੇ ਦੀ ਚਾਟੀ ਹੋਵੇ, ਸੋਨੇ ਦੀ ਚਾਟੀ ਹੋਵੇ, ਜਿੱਥੇ ਮੇਰੀ ਨਹੁੰ ਦੁੱਧ ਰਿੜਕਦੀ ਹੋਵੇ। ਹੁਣ ਫਕੀਰ ਸੋਚੀ ਪੈ ਗਿਆ। ਹੁਣ ਸੋਨੇ ਦੀ ਚਾਟੀ ਤਾਂ ਉੱਥੇ ਹੋ ਸਕਦੀ ਹੈ ਗੁਰਮੁਖ ਪਿਆਰਿਓ ਜਿਹਦੇ ਕੋਲੇ ਬੜੀ ਧਨ ਦੌਲਤ ਹੈ, ਨਹੀਂ ਤੇ ਆਪਾਂ ਦੇਖਦੇ ਰਹੇ ਹਾਂ ਮਿੱਟੀ ਦੇ ਬਰਤਨ ਹੋਇਆ ਕਰਦੇ ਸੀ ਪੁਰਾਤਨ ਘਰਾਂ ਦੇ ਵਿੱਚ, ਮਿੱਟੀ ਦੇ ਬਰਤਨ, ਉਹਨਾਂ ਦੇ ਵਿੱਚ ਸਾਡੀਆਂ ਮਾਤਾਵਾਂ ਦੁੱਧ ਰਿੜਕਿਆ ਕਰਦੀਆਂ ਸੀ। ਹੁਣ ਚਾਟੀ ਮੰਗੀ ਹੈ ਸੋਨੇ ਦੀ, ਸੋਨੇ ਦੀ ਚਾਟੀ ਉੱਥੇ ਹੋ ਸਕਦੀ ਹੈ ਜਿੱਥੇ ਬਹੁਤ ਜ਼ਿਆਦਾ ਧਨ ਦੌਲਤ ਮੰਗ ਲਈ ਨਾ ਮਾਤਾ ਨੇ। ਹੁਣ ਨਾਲ ਉਹਨੇ ਮੰਗਿਆ ਕਿ ਮੇਰੀ ਨਹੁੰ ਦੁੱਧ ਰਿੜਕਦੀ ਹੋਵੇ, ਤੇ ਨਹੁੰ ਤਾਂ ਹੀ ਹੋ ਸਕਦੀ ਹੈ ਜੇ ਪੁੱਤਰ ਹੋਵੇਗਾ ਤਾਂ। ਉਹਨੇ ਆਪਣੀ ਸਕੀਮ ਦੇ ਨਾਲ, ਆਪਣੀ ਬੁੱਧੀ ਦੇ ਨਾਲ, ਸੁਰਤ ਦੇ ਨਾਲ ਪੁੱਤਰ ਵੀ ਮੰਗ ਲਿਆ ਤੇ ਧਨ ਦੌਲਤ ਵੀ ਮੰਗ ਲਈ। ਗੁਰਮੁਖ ਪਿਆਰਿਓ, ਜਦੋਂ ਬੰਦੇ ਨੂੰ ਤਰੀਕਾ ਆ ਜਾਵੇ ਨਾ ਰੱਬ ਕੋਲੋਂ ਮੰਗਣ ਦਾ, ਤੇ ਸਭ ਤੋਂ ਵੱਡੀ ਦਾਤ ਪਤਾ ਕੀ ਹੈ? ਆਪਾਂ ਧਨ ਦੌਲਤ ਮੰਗ ਲਈਏ, ਸੁੱਖ ਨਹੀਂ ਜੇ ਮਿਲਣਾ, ਧਿਆਨ ਦੇਣਾ ਜੇ। ਇੱਥੇ 50-50 ਸਾਲ ਹੋ ਗਏ ਨੇ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਨੇ, ਪਰ ਹੌਕੇ ਹੀ ਲੈਂਦੇ ਨੇ, ਸੁੱਖ ਫੇਰ ਵੀ ਨਹੀਂ। ਸੁੱਖ ਕਾਹਦਾ? ਕਰਮਾਂ ਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਗੁਰਮੁਖ ਪਿਆਰਿਓ, ਸੁੱਖ ਜਿਹੜਾ ਮਿਲਣਾ ਇਹਨਾਂ ਦੇ ਫਕੀਰ ਦੀ ਕੁੱਲੀ ਵਿੱਚ ਹੀ ਮਿਲ ਜਾਣਾ। ਆਪਾਂ ਕੱਲ੍ਹ ਸਿਕੰਦਰ ਦੀ ਗੱਲ ਕੀਤੀ ਸੀ ਨਾ, ਰਾਮ ਫਰਮਾ ਰਿਹਾ, ਸਿਕੰਦਰ ਕੋਲੇ ਆਇਆ, ਕਹਿੰਦਾ ਮੇਰੀ ਤੈਨੂੰ ਪਰਵਾਹ ਹੀ ਨਹੀਂ। ਆਣ ਕੇ ਫਕੀਰ ਨੂੰ ਕਹਿੰਦਾ ਮੇਰੀ ਤੈਨੂੰ ਪਰਵਾਹ ਹੀ ਹੈ ਨਹੀਂ, ਸਾਰੀ ਦੁਨੀਆ ਮੈਨੂੰ ਸਲਾਮਾਂ ਕਰਦੀ ਹੈ, ਤੂੰ ਆਰਾਮ ਨਾਲ ਸੁੱਤਾ ਹੈ, ਤੂੰ ਮੈਨੂੰ ਸਲਾਮ ਨਹੀਂ ਕੀਤੀ। ਫਕੀਰ ਕਹਿੰਦਾ ਕਿਉਂ, ਕਿੱਧਰ ਚੱਲਿਆ ਤੂੰ, ਕੀ ਕਰਦਾ ਫਿਰਦਾ ਹੈ? ਫਕੀਰ ਦੇ ਆਹ ਬੋਲ ਨੇ। ਕਹਿੰਦਾ ਕੀ ਕਰ? ਕਹਿੰਦਾ ਮੈਂ ਤੇ ਦੁਨੀਆ ਜਿੱਤਣ ਵਾਸਤੇ ਜਾ ਰਿਹਾ। ਕਹਿੰਦਾ ਜਦੋਂ ਦੁਨੀਆ ਜਿੱਤ ਲਈ ਫਿਰ ਕੀ ਕਰੇਗਾ? ਕਹਿੰਦਾ ਫਿਰ ਹੋਰ ਦੁਨੀਆ ਜਿੱਤੂ। ਕਹਿੰਦਾ ਉਹ ਵੀ ਜਿੱਤ ਲਈ ਫਿਰ ਕੀ ਕਰੇਗਾ? ਹੋਰ ਦੁਨੀਆ ਜਿੱਤੂ। ਕਹਿੰਦਾ ਸਾਰੀ ਦੁਨੀਆ ਜਿੱਤ ਲਈ ਫਿਰ ਕੀ ਕਰੇਗਾ? ਕਹਿੰਦਾ ਫਿਰ ਆਰਾਮ ਨਾਲ ਸੋਵਾਂਗੇ, ਆਰਾਮ ਕਰਾਂਗੇ। ਫਿਰ ਕਹਿੰਦਾ ਤੂੰ ਸਾਰੀ ਦੁਨੀਆ ਜਿੱਤ ਕੇ ਆਰਾਮ ਕਰਨਾ, ਮੈਂ ਤੇ ਪਹਿਲਾਂ ਆਰਾਮ ਕਰ ਰਿਹਾ, ਤੂੰ ਵੱਡਾ ਕਿ ਮੈਂ ਵੱਡਾ? ਤੈਨੂੰ ਸਲਾਮ ਕਰਨੀ ਚਾਹੀਦੀ ਹੈ। ਗੁਰਮੁਖ ਪਿਆਰਿਓ, ਕੁੱਲੀ ਵਿੱਚ ਵੀ ਆਨੰਦ ਤੇ ਆਰਾਮ, ਆਨੰਦਮਈ ਜ਼ਿੰਦਗੀ ਬੰਦੇ ਦੀ ਆ ਜਾਂਦੀ। ਮੇਰੇ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ, ਉਹ ਜਿਹੜਾ ਮਾਲਕ ਹੈ ਨਾ, ਜਿਹੜਾ ਪਰਮੇਸ਼ਰ ਹੈ, ਉਹ ਸਾਰਿਆਂ ਦਾਤਾਂ ਦੇਣ ਵਾਲਾ ਹੈ, ਪਰ ਬੰਦੇ ਨੂੰ ਮੰਗਣਾ ਆਉਣਾ ਚਾਹੀਦਾ। ਪਹਿਲਾਂ ਭਾਂਡਾ ਧੋਏ ਬੈਸ ਧੂਪ ਦੇਵੋ, ਤਿਉਂ ਦੁੱਧੇ ਕੋ ਜਾਵੋ। ਪਾਤਸ਼ਾਹ ਜੀ ਕਹਿੰਦੇ ਜਿਸ ਭਾਂਡੇ ਵਿੱਚ ਗੁਰਮੁਖ ਪਿਆਰਿਓ ਵਸਤੂ ਪਾਉਣੀ ਹੈ ਨਾ, ਉਹ ਭਾਂਡੇ ਨੂੰ ਪਹਿਲਾਂ ਸਾਫ਼ ਕਰ ਲਈਏ। ਮੇਰੀਆਂ ਭੈਣਾਂ ਮਾਤਾਵਾਂ ਜਦੋਂ ਭਾਂਡੇ ਵਿੱਚ ਦੁੱਧ ਪਾਉਣਾ ਹੋਵੇ ਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਂਦੀਆਂ ਨੇ। ਕਿਉਂ ਸਾਫ਼ ਕਰਦੀਆਂ ਨੇ ਭਲਾ? ਵੀ ਜੇ ਇਹਦੇ ਵਿੱਚ ਵਸਤੂ ਪਾ ਲਈ ਤੇ ਖਰਾਬ ਨਾ ਹੋ ਜੇ, ਮਾਂਜ ਲੈਂਦੀਆਂ ਨਾ ਬਰਤਨ ਨੂੰ। ਇਸੇ ਤਰ੍ਹਾਂ ਇਹ ਮਨ ਰੂਪੀ ਜਿਹੜਾ ਬਰਤਨ ਹੈ ਨਾ ਸਾਡੇ ਸਰੀਰ ਅੰਦਰ, ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈਏ। ਇਹਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੀਆਂ ਚੀਜ਼ਾਂ ਨੂੰ ਮਾਂਜ ਲਈਏ, ਇਹਨਾਂ 'ਤੇ ਕੰਟਰੋਲ ਹੋ ਜਾਵੇ। ਧਿਆਨ ਦੇਣਾ, ਜੇ ਇਹਨਾਂ ਨੂੰ ਮਾਂਜ ਲਈਏ, ਸਾਫ਼ ਹੋ ਜਾਣ, ਤਾਂ ਫਿਰ ਇਹਦੇ ਵਿੱਚ ਨਾਮ ਰੂਪੀ ਵਸਤੂ ਜਦੋਂ ਟਿਕ ਗਈ, ਫਿਰ ਇਹ ਤੈਨੂੰ ਤੰਗ ਨਹੀਂ ਕਰਨਗੇ। ਮੈਂ ਬੇਨਤੀ ਕਰ ਦੇਵਾਂ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਕਦੇ ਮਰਦੇ ਨਹੀਂ ਹੈ, ਨਾ ਮਰਨੇ ਨੇ। ਇਹਨਾਂ ਨੂੰ ਮਾਂਜਣਾ ਭਾਵ ਇਹਨਾਂ ਨੂੰ ਸਾਫ਼ ਕਰਨਾ, ਇਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਹੈ, ਆਪਣੇ ਕਾਬੂ ਵਿੱਚ ਰੱਖਣਾ। ਇਹਨਾਂ ਨੂੰ ਜਿਹੜੇ ਐਵੇਂ ਭੱਜੇ ਫਿਰਦੇ ਆ ਨਾ, ਇੱਧਰ ਉੱਧਰ ਭਟਕਦੇ ਫਿਰਦੇ ਨੇ, ਇਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਣਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਫਿਰ ਸਾਰੀਆਂ ਦਾਤਾਂ ਗੁਰਮੁਖ ਪਿਆਰਿਆ ਤੇਰੇ ਕੋਲੇ ਹੈ, ਕੋਈ ਐਸੀ ਦਾਤ ਨਹੀਂ ਜਿਹੜੀ ਤੈਨੂੰ ਨਾ ਮਿਲੇ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸਨੋਂ ਧਿਆਏਂਦਿਆਂ ਇੱਕ ਨਿਮਖ ਘੜੀ ਮੋਹ ਮੋੜੀਐ। ਨਿਮਖ ਭਾਵ ਹੁੰਦਾ ਅੱਖ ਝਮਕਣ ਜਿੰਨਾ ਸਮਾਂ। ਗੁਰਮੁਖ ਪਿਆਰਿਓ, ਜਿਵੇਂ ਆਪਾਂ ਅੱਖ ਝਮਕਦੇ ਆ ਨਾ, ਇਹਨੂੰ ਕਹਿੰਦੇ ਨੇ ਇੱਕ ਨਿਮਖ ਮਾਤਰ ਸਮਾਂ। ਜਿਹੜਾ ਪਰਮੇਸ਼ਰ ਸਾਰੀਆਂ ਦਾਤਾਂ ਦੇਣ ਵਾਲਾ ਨਾ, ਫਿਰ ਇੱਕ ਨਿਮਖ ਮਾਤਰ ਸਮਾਂ ਵੀ ਤੇਰੇ ਤੋਂ ਵਿਸਰੇ ਨਾ। ਇੱਕ ਨਿਮਖ ਮਾਤਰ ਵੀ ਸਮਾਂ ਤੇਰੇ ਤੋਂ ਵਿਸਰੇ ਨਾ। ਤੇ ਆਪਾਂ ਕੱਲ੍ਹ ਬੇਨਤੀ ਕੀਤੀ ਸੀ ਤੇ ਮੈਂ ਇਹ ਗੱਲ ਕੀਤੀ ਸੀ ਵੀ ਪਾਤਸ਼ਾਹ ਜੀ ਕਹਿੰਦੇ 8 ਪੈਰ ਰੱਬ ਨੂੰ ਯਾਦ ਕਰਨਾ। ਤੇ ਬੰਦਿਆ ਤੂੰ 8 ਪੈਰ ਕਿਵੇਂ ਰੱਬ ਨੂੰ ਯਾਦ ਕਰੇਂਗਾ? ਫਿਰ 4 ਪੈਰ ਦਿਨ ਦੇ ਨੇ, 4 ਪੈਰ ਰਾਤ ਦੇ ਨੇ। ਦਿਨੇ ਕੰਮਕਾਰ ਵੀ ਕਰਨਾ ਹੈ, ਕਿਰਤ ਵਿਰਤ ਵੀ ਕਰਨੀ ਹੈ, ਤੇ ਰਾਤ ਨੂੰ ਸੌਣਾ ਵੀ ਹੈ। ਕਿਵੇਂ ਰੱਬ ਤੇ ਆਵੇਗਾ ਬੰਦਾ? ਕਿਵੇਂ ਰੱਬ ਨੂੰ ਯਾਦ ਕਰੇਗਾ? ਕੋਈ ਕਰਿਆਨੇ ਦੀ ਦੁਕਾਨ 'ਤੇ ਬੈਠਾ, ਉਹਦੇ ਕੋਲੇ ਲੈਣ ਲੱਗੀ ਏ ਗਾਹਕਾਂ ਦੀ, ਉਹਨੂੰ ਕਿਸੇ ਨੇ ਆਣ ਕੇ ਖੰਡ ਦਾ ਰੇਟ ਪੁੱਛਣਾ, ਕਿਸੇ ਨੇ ਪੱਤੀ ਦਾ, ਕਿਸੇ ਨੇ ਮਸਾਲੇ ਦਾ। ਉਹ ਕਵੇ ਨਹੀਂ ਮੈਂ ਤੇ ਵਾਹਿਗੁਰੂ 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 ਜਪ ਰਿਹਾ ਭਾਈ। ਕਿਵੇਂ ਆਪਣੀ ਦੁਕਾਨਦਾਰੀ ਚਲਾਵੇਗਾ ਭਾਈ? ਬਾਬੇ ਨਾਨਕ ਨੇ ਵੀ ਦੁਕਾਨ ਕੀਤੀ ਹੈ ਨਾ, ਵਾਹੀ ਖੇਤੀ ਵੀ ਕੀਤੀ, ਨੌਕਰੀ ਵੀ ਕੀਤੀ ਉਹਨਾਂ ਨੇ। ਬੰਦਿਆ ਤੂੰ ਕਿਵੇਂ ਰੱਬ ਦਾ ਨਾਮ ਜਪਣਾ ਹੈ? ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਇੱਕ ਬੰਦਾ ਸਰਕਾਰੀ ਨੌਕਰੀ ਕਰ ਰਿਹਾ, ਸਰਕਾਰੀ ਕੁਰਸੀ 'ਤੇ ਬੈਠਾ ਹੋਇਆ, ਉਹਦੇ ਕੋਲੋਂ ਕੰਮ ਕਰਾਉਣ ਵਾਲੇ ਦੀ ਲਾਈਨ ਲੱਗੀ ਹੋਈ ਹੈ, ਲੰਮੀ ਲਾਈਨ ਕਤਾਰ ਲੱਗੀ ਹੋਈ ਹੈ। ਉਹ ਕੁਰਸੀ 'ਤੇ ਬੈਠਾ ਕਵੇ ਮੈਂ ਤੇ ਰਾਮ ਰਾਮ ਜਪ ਰਿਹਾ, ਮੈਂ ਤੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ। ਤੋ ਲੈਣ ਜਿਨ੍ਹਾਂ ਦੀ ਲੱਗੀ ਹੋਵੇਗੀ ਉਹ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੜੇ ਆ ਨਾ, ਸ਼ਾਮਾਂ ਨੂੰ ਮੁੜ ਆਉਣਗੇ। ਕਿੰਨਾ ਦੁਖੀ ਹੋਵੇਗਾ। ਗੁਰਮੁਖ ਪਿਆਰਿਓ ਧਿਆਨ ਦੇਣਾ, ਜੇ ਬੰਦੇ ਨੇ ਆਪਣੇ ਫਰਜ਼ਾਂ ਨੂੰ ਪਹਿਚਾਨਣਾ, ਧਿਆਨ ਦੇਣਾ, ਜੇ ਆਪਣੇ ਫਰਜ਼ਾਂ ਨੂੰ ਪਹਿਚਾਨਣਾ, ਇਮਾਨਦਾਰੀ ਦੇ ਨਾਲ ਕੰਮ ਕਰਨੇ। ਜਿਹੜਾ ਵੀ ਕੰਮ ਕੋਈ ਕਰ ਰਿਹਾ ਇਮਾਨਦਾਰੀ, ਕੋਈ ਦੁਕਾਨ ਕਰ ਰਿਹਾ ਤਾਂ ਉਹਦੀ ਦੁਕਾਨ ਦੇ ਵਿੱਚ ਇਮਾਨਦਾਰੀ ਹੋਵੇ। ਮੈਂ ਘੱਟ ਨਹੀਂ ਜੋਖਣਾ, ਮਾੜਾ ਸੌਦਾ ਨਹੀਂ ਵੇਚਣਾ, ਸਹੀ ਸੌਦਾ ਦੇਣਾ ਹੈ, ਜਿਹਦੇ ਨਾਲ ਲੋਕੀ ਸੌਦੇ ਨੂੰ ਖਾਣ ਤੇ ਉਹਨਾਂ ਦੀ ਸਰੀਰ, ਉਹਨਾਂ ਦੀ ਸਿਹਤ ਜਿਹੜੀ ਹੈ ਤੰਦਰੁਸਤ ਹੋਵੇ, ਬਿਮਾਰ ਨਾ ਹੋਣ। ਮਤਲਬ ਆਹ ਇਮਾਨਦਾਰੀ ਹੈ ਨਾ। ਉਹਦੇ ਵਿੱਚ ਉਹ ਰੱਬ ਨੂੰ ਵੀ ਨਾਲ ਦੀ ਨਾਲ ਹੀ ਯਾਦ ਕਰ ਰਿਹਾ ਹੈ। ਇੱਕ ਡਾਕਟਰ ਹੈ, ਉਹ ਕਹਿੰਦਾ ਮੈਂ ਪਾਣੀ ਵਾਲੇ ਟੀਕੇ ਨਹੀਂ ਲਾਉਣੇ, ਮੈਂ 2 ਨੰਬਰ ਦੀ ਦਵਾਈ ਨਹੀਂ ਵੇਚਣੀ, ਜਿਹੜੀ ਮਾੜੀ ਦਵਾਈ ਆਉਂਦੀ ਹੈ ਉਹ ਨਹੀਂ ਦੇਣੀ, ਤੇ ਮੈਂ ਸਹੀ ਦਵਾਈ ਦੇਣੀ ਹੈ। ਕਿਸੇ ਦੀਆਂ ਕਿਡਨੀਆਂ ਨਹੀਂ ਕੱਢਣੀਆਂ, ਕਿਸੇ ਦੇ ਗੁਰਦੇ ਨਹੀਂ ਕੱਢਣੇ, ਆਪਰੇਸ਼ਨ ਕੀਤਾ ਹੀ ਨਹੀਂ ਹੁੰਦਾ, ਪੈਸੇ ਉੱਦਾਂ ਹੀ ਬਣਾ ਲੈਂਦੇ ਨੇ, ਚਮੜੀ ਪਾੜ ਕੇ ਟਾਂਕੇ ਲਾ ਦਿੰਦੇ ਨੇ, ਕਹਿੰਦੇ ਕਰਤਾ ਆਪਰੇਸ਼ਨ, ਭਰਦੇ ਲੱਖ 2 ਲੱਖ। ਇੱਦਾਂ ਦੇ ਵੀ ਹੈਗੇ ਆ ਨਾ। ਪਿਛਲੇ ਸਮੇਂ ਦੇ ਵਿੱਚ ਆਪਾਂ ਸੁਣਦੇ ਰਹੇ ਨਾ ਘਟਨਾਵਾਂ, ਕਿਡਨੀਆਂ ਕੱਢ ਲਈਆਂ, 2 ਕਿਡਨੀਆਂ ਹੁੰਦੀਆਂ ਨੇ ਸਰੀਰ ਅੰਦਰ, ਇੱਕ ਕੱਢ ਲਈ, ਬੰਦੇ ਨੂੰ ਬਾਅਦ 'ਚ ਪਤਾ ਲੱਗਾ ਮੇਰੇ ਤੇ ਕਿਡਨੀ ਕੱਢ ਲਈ, ਇੱਕੋ ਹੀ ਹੈ, ਇੱਕੇ ਨਾਲ ਹੀ ਜੀ ਰਿਹਾ ਮੈਂ। ਇੱਦਾਂ ਦੇ ਵੀ ਨੇ ਦੁਨੀਆ ਦੇ ਅੰਦਰ। ਪਿੱਛੇ ਤੁਸੀਂ ਉਹ ਵੀ ਘਟਨਾਵਾਂ ਸੁਣੀਆਂ ਹੋਣੀਆਂ, ਬੱਚੇ ਚੱਕ ਕੇ ਉਹਨਾਂ ਦੇ ਅੰਗ ਵੇਚ ਦਿੰਦੇ ਸੀ। ਇਹ ਲੋਕ ਰਾਖਸ਼ ਨੇ, ਇਹ ਲੋਕ ਜਨ ਨੇ ਸਾਡੇ ਸਮਾਜ ਅੰਦਰ। ਗੁਰਮੁਖ ਪਿਆਰਿਓ, ਸੋ ਸਾਡਾ ਜੀਵਨ ਇੱਦਾਂ ਦਾ ਹੋਣਾ ਚਾਹੀਦਾ, ਜਿਹੜਾ ਵੀ ਕੰਮ ਕਰੀਏ ਅਸੀਂ ਇਮਾਨਦਾਰੀ ਦੇ ਨਾਲ ਕਰੀਏ, ਮਨੁੱਖਤਾ ਨੂੰ ਮੁੱਖ ਰੱਖਦੇ ਹੋਏ ਕਰੀਏ, ਭਲਾਈ ਨੂੰ ਮੁੱਖ ਰੱਖਦੇ ਹੋਏ ਕਰੀਏ। ਫਿਰ ਉਹਦੇ ਵਿੱਚ ਤੁਸੀਂ ਨਾਲ ਦੀ ਨਾਲ ਹੀ ਰੱਬ ਨੂੰ ਯਾਦ ਕਰਦੇ ਹੋ, ਨਾਲ ਦੀ ਨਾਲ ਹੀ ਤੁਸੀਂ ਪਰਮੇਸ਼ਰ ਨੂੰ ਯਾਦ ਕਰ ਰਹੇ ਹੋ। ਰਾਤ ਨੂੰ ਸੌਣ ਲੱਗਿਆਂ ਤੇਰੇ ਜੀਵਨ ਦੇ ਵਿੱਚ ਇਹ ਸੋਚ ਨਾ ਹੋਵੇ ਵੀ ਮੈਂ ਕੱਲ੍ਹ ਨੂੰ ਉੱਠਣਾ ਅਤੇ ਕਿੰਨਿਆਂ ਕੁ ਨੂੰ ਠੱਗੀ ਮਾਰਨੀ ਹੈ, ਕਿੰਨਿਆਂ ਕੁ ਨੂੰ ਠੱਗਣਾ ਹੈ, ਕਿੱਥੇ ਕਿੱਥੇ ਚੋਰੀ ਕਰਨੀ ਹੈ, ਕਿੱਥੇ ਕਿੱਥੇ ਹੇਰਾਫੇਰੀ ਕਰਨੀ ਹੈ। ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ। ਤੂੰ ਸਮਝ ਲਾ ਵੀ ਰੱਬ ਨੂੰ ਯਾਦ ਕਰ ਰਿਹਾ ਹੈ, ਫਿਰ 8 ਪੈਰ ਹੀ ਰੱਬ ਤੇਰੇ ਹਿਰਦੇ ਦੇ ਵਿੱਚ ਵੱਸਦਾ ਏ।
ਬੰਦਾ ਡਰ ਰੱਖੇ, ਬੰਦਾ ਭੌ ਰੱਖੇ ਪਰਮੇਸ਼ਰ ਦਾ ਵੀ ਉਹ ਰੱਬ ਮੇਰੇ ਹਰ ਵਕਤ ਨਾਲ ਹੈ, ਮੈਂ ਕੋਈ ਗਲਤ ਕੰਮ ਨਹੀਂ ਕਰਨਾ ਕਿਉਂਕਿ ਪਰਮੇਸ਼ਰ ਮੈਨੂੰ ਦੇਖਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਉਸ ਮਾਲਕ ਨੂੰ ਵਿਸਾਰਨਾ ਨਹੀਂ। ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਧਿਆਇਆ ਨਾ ਉਹਨਾਂ ਨੂੰ ਸਾਰੇ ਸੁੱਖ ਮਿਲੇ ਨੇ, ਸਾਰੇ ਸੁੱਖ। ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ। ਨਿਤ ਸੰਤ ਜਨਾਂ ਕੀ ਸੰਗਤ ਜਾਏ ਬਹੇ ਮੋਹ ਮੋੜੀਐ। ਉਹ ਸੰਤ ਜਨ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਬਹਿ ਜਾਂਦੇ ਨੇ। ਫਿਰ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਧਿਆਇਆ ਸਾਰੇ ਸੁੱਖ ਮਿਲੇ ਨੇ। ਤੇ ਗੁਰਮੁਖ ਪਿਆਰਿਓ ਉਹ ਪਿਆਰਿਆਂ ਦੀ ਸੰਗਤ ਵਿੱਚ ਜਾਂਦੇ ਨੇ, ਸਾਧੂਆਂ ਦੀ ਸੰਗਤ ਵਿੱਚ ਜਾ ਕੇ ਬੈਠਣਾ ਚਾਹੀਦਾ, ਬਹਿੰਦੇ ਨੇ। ਤੇ ਪ੍ਰਭੂ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਕਿ ਪਰਮੇਸ਼ਰ ਅੰਦਰ ਕਿੰਨੇ ਕੁ ਗੁਣ ਨੇ, ਉਹ ਕਿਹੜੇ ਕਿਹੜੇ ਗੁਣ ਸਾਨੂੰ ਵੀ ਦੇ ਰਿਹਾ, ਸਾਨੂੰ ਵੀ ਵੰਡ ਰਿਹਾ। ਉਸ ਮਾਲਕ ਦੇ ਗੁਣ ਹੀ ਆ ਨਾ। ਰਮਈਆ ਕੇ ਗੁਣ ਚੇਤ ਪ੍ਰਾਨੀ। ਆਪਣੇ ਗੁਣਾਂ ਨੂੰ ਤੇ ਬੰਦਾ ਯਾਦ ਕਰਦਾ ਹੈ ਵੀ ਮੇਰੇ ਵਿੱਚ ਆ ਵੀ ਗੁਣ ਹੈਗਾ, ਮੇਰੇ ਵਿੱਚ ਆ ਵੀ ਗੁਣ ਹੈਗਾ। ਕਈਆਂ ਨੂੰ ਦੱਸਦਾ, ਮਸ਼ਹੂਰੀ ਕਰਾਉਂਦਾ, ਬੈਨਰ ਬਣਾ ਕੇ ਲਾਉਂਦਾ ਵੀ ਮੈਂ ਆ ਵੀ ਕੰਮ ਕਰ ਲੈਣਾ, ਜੇ ਮੈਂ ਆ ਵੀ ਕੰਮ ਕਰ ਲੈ। ਪਰ ਜੇ ਉਸ ਮਾਲਕ ਦੇ ਕਦੇ ਗੁਣਾਂ ਨੂੰ ਗਾਇਆ ਵੀ ਉਸ ਮਾਲਕ ਦੇ ਗੁਣ ਕਿੰਨੇ ਨੇ, ਜਿਹਨੇ 9 ਮਹੀਨੇ ਮਾਂ ਦੇ ਗਰਭ ਵਿੱਚ ਵੀ ਮੈਨੂੰ ਬਚਾ ਕੇ ਰੱਖਿਆ, ਕਿੰਨੇ ਗੁਣ ਨੇ ਉਹਦੇ ਵਿੱਚ। ਜਿਸ ਮਾਲਕ ਨੇ ਮੈਨੂੰ ਤਨ ਮਨ ਧਨ ਸਭ ਕੁਝ ਦਿੱਤਾ, ਉਹਦੀ ਕਿਰਪਾ ਦੇ ਨਾਲ ਮੈਂ ਚੱਲ ਫਿਰ ਰਿਹਾ, ਜਿਹਨੇ ਹੱਥ ਪੈਰ ਸਭ ਕੁਝ ਹੀ ਮੈਨੂੰ ਮਾਲਕ, ਉਹਦੇ ਕਿੰਨੇ ਗੁਣ ਨੇ ਮਾਲਕ ਦੇ, ਕਦੇ ਉਹਦੇ ਗੁਣਾਂ ਨੂੰ। ਜਿਸ ਮਾਲਕ ਨੇ ਕੁਦਰਤ ਪਿੱਛੇ ਵੇਖੋ ਆਕਸੀਜਨ ਦੀ ਕਮੀ ਆ ਗਈ ਨਾ, 30-30 ਹਜ਼ਾਰ ਰੁਪਈਏ ਦਾ ਸਿਲੰਡਰ ਵਿਕਿਆ ਆਕਸੀਜਨ ਦਾ। ਤੇ ਕਦੇ ਮਾਲਕ ਦੇ ਗੁਣਾਂ ਨੂੰ ਯਾਦ ਕਰੀਏ ਜਿਹੜਾ ਸਾਨੂੰ ਆਕਸੀਜਨ ਫ੍ਰੀ ਦੇ ਰਿਹਾ, ਜਿਹੜਾ ਆਪਾਂ ਸਾਹ ਲੈ ਰਹੇ ਹਾਂ, ਜਿਹੜਾ ਸਾਨੂੰ ਫ੍ਰੀ, ਕੋਈ ਪੈਸਾ ਕੋਈ ਚਾਰਜ ਨਹੀਂ ਲੈ ਰਿਹਾ। ਕੋਈ 10 ਦਿਨ ਹਸਪਤਾਲ ਰਹਿ ਜਾਵੇ, ਆਕਸੀਜਨ ਲੱਗੀ ਹੋਵੇ, ਕਰੋੜਾਂ ਰੁਪਈਆ ਡਾਕਟਰ ਬਟੌਰ ਲੈਂਦੇ ਨੇ, ਲੈ ਲੈਂਦੇ ਆ ਨਾ। ਕਰੋੜਾਂ ਰੁਪਈਆ ਕਹਿੰਦੇ ਨੇ ਲੱਗ ਗਿਆ ਭਾਈ, 10 ਦਿਨ ਰਿਹਾ ਸੀ, ਰੋਜ਼ ਦਾ 2 ਲੱਖ ਰੁਪਈਆ 3 ਲੱਖ ਲੱਗ ਜਾਂਦਾ ਸੀ। ਸੋ ਗੁਰਮੁਖ ਪਿਆਰਿਓ ਉਹ ਮਾਲਕ ਦੇ ਗੁਣਾਂ ਨੂੰ ਗਾਈਏ ਜਿਹੜਾ ਮਾਲਕ ਸਾਨੂੰ ਸਾਹ ਦੇ ਰਿਹਾ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਹਰ ਇੱਕ ਸਾਹ ਉਸ ਮਾਲਕ ਦੀ ਕਿਰਪਾ ਦੇ ਨਾਲ ਮਿਲਦਾ ਸਾਨੂੰ। ਅਸੀਂ ਉਸ ਮਾਲਕ ਨੂੰ ਯਾਦ ਹੀ ਨਹੀਂ ਕਰਦੇ, ਉਹਦੇ ਗੁਣਾਂ ਨੂੰ ਅਸੀਂ ਗਾਉਂਦੇ ਨਹੀਂ, ਆਪਣੇ ਆਪਣੇ ਗੁਣਾਂ ਨੂੰ ਅਸੀਂ ਗਾਉਣ ਵਿੱਚ ਲੱਗੇ ਹੋਏ ਹਾਂ। ਹਰ ਬੰਦਾ ਚਾਹੁੰਦਾ ਮੇਰੀ ਵਡਿਆਈ ਹੋਵੇ, ਹਰ ਬੰਦਾ ਕਹਿੰਦਾ ਲੋਕ ਮੈਨੂੰ ਕਹਿਣ ਵੀ ਬੜਾ ਚੰਗਾ ਭਾਈ। ਕਦੇ ਇਹ ਸੋਚਿਆ ਵੀ ਉਸ ਮਾਲਕ ਦੀ ਵਡਿਆਈ ਹੋਵੇ, ਉਸ ਪਰਮੇਸ਼ਰ ਦੀ ਵਡਿਆਈ ਹੋਣੀ ਚਾਹੀਦੀ ਹੈ ਜਿਸ ਮਾਲਕ ਨੇ ਮੈਨੂੰ ਪੈਦਾ ਕੀਤਾ, ਜਿਸ ਮਾਲਕ ਨੇ ਮੈਨੂੰ ਆਹ ਦੁਨੀਆ ਦਿਖਾਲੀ ਹੈ, ਜਿਹਦੀ ਕਿਰਪਾ ਦੇ ਨਾਲ ਮੈਨੂੰ ਮਨੁੱਖਾ ਜੀਵਨ ਮਿਲਿਆ। ਵਡਿਆਈ ਹੋਵੇ ਤਾਂ ਉਸ ਮਾਲਕ ਦੀ ਵਡਿਆਈ ਹੋਵੇ, ਉਸ ਪਰਮੇਸ਼ਰ ਦੀ ਵਡਿਆਈ ਹੋਵੇ। ਮੇਰੀ ਵਡਿਆਈ ਕੀ ਹੈ? ਮੈਂ ਤਾਂ ਮਿੱਟੀ ਹਾਂ, ਮੇਰੇ ਕੋਲ ਕੀ ਹੈ? ਕੱਖ ਵੀ ਹੈ ਨਹੀਂ। ਆ ਸਰੀਰ ਪਤਾ ਹੀ ਨਹੀਂ ਕਦੋਂ, ਜਿਹੜੇ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਨਾ, ਮੇਰੇ ਆਪਣੇ, ਘਰੀ ਨਾ ਰੱਖੇ ਕਹੂ। ਜਦੋਂ ਫਿਰ ਫੋਨ ਆਉਂਦਾ ਹੈ ਨਾ ਕਿ ਫਲਾਨਾ ਫਲਾਨਾ ਚੜ੍ਹਾਈ ਕਰ ਗਿਆ ਭਾਈ, ਤੇ ਗੁਰਮੁਖ ਪਿਆਰਿਓ ਫਿਰ ਇਹੋ ਹੀ ਪੁੱਛਦੇ ਨੇ ਵੀ ਇਹਨੂੰ ਲਿਜਾਣਾ ਕਿੰਨੇ ਵਜੇ ਹੈ, ਸੰਸਕਾਰ ਕਿੰਨੇ ਵਜੇ ਕਰਨਾ, ਸਾੜਨਾ ਕਿੰਨੇ ਵਜੇ ਆ। ਬਸ ਸਾੜਨ ਤੋਂ ਵੱਧ ਕੋਈ ਗੱਲ ਨਹੀਂ ਹੈਗੀ। ਫਿਰ ਜਿਹੜੇ ਚਾਹੁਣ ਵਾਲੇ ਵੀ ਨੇ, ਕਾਢੋ ਕਾਢੋ ਹੋਈ। ਪਾਤਸ਼ਾਹ ਜੀ ਕਹਿੰਦੇ ਦਵਾ ਦਵ ਲੈ ਜਾਓ, ਹੁਣ ਲੈ ਜਾਓ, ਦਵਾ ਦਵ ਦੇ ਲੈ ਜਾਓ ਹੁਣ ਇਹਨੂੰ। ਲਈ ਲੰਗੋਟੀ ਤੋਂ ਦੀ ਕੱਲ ਵੀ ਕਰਦੇ ਨੇ ਪਾਤਸ਼ਾਹ ਦੀ। ਸਾਰਾ ਕੁਝ ਹੀ ਸਾਂਭਿਆ ਜਾਂਦਾ, ਵੰਡਿਆ ਜਾਂਦਾ ਸਾਰਾ ਕੁਝ, ਆ ਮੇਰਾ ਆ ਤੇਰਾ। ਗੁਰਮੁਖ ਪਿਆਰਿਓ ਧਿਆਨ ਦੇਣਾ, ਜੇ ਮੇਰੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਈਏ, ਉਸ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਹੀ ਸਭ ਕੁਝ ਛੁਪਿਆ ਹੋਇਆ, ਲੋਕ ਪਰਲੋਕ ਦੇ ਸੁੱਖ। ਖੀਰਲੀਆਂ ਪੰਕਤੀਆਂ ਅੰਦਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਸਭ ਦੁੱਖ ਭੁੱਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ। ਹਰੀ ਦੇ ਭਗਤ ਦੇ ਸਾਰੇ ਕਲੇਸ਼, ਭੁੱਖਾਂ ਤੇ ਰੋਗ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਜਿਹੜਾ ਉਹਦਾ ਸੇਵਕ ਹੈ, ਜਿਹੜਾ ਉਹਦਾ ਪਿਆਰਾ, ਤੇ ਉਹਦੇ ਸਾਰੇ ਬੰਧਨ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਬੜਿਆਂ ਤਰੀਕਿਆਂ ਦੇ ਨਾਲ ਗੁਰਮੁਖ ਪਿਆਰਿਓ ਅਸੀਂ ਬੱਝੇ ਹੋਏ ਹਾਂ। ਰੱਬ ਦਾ ਨਾਮ ਜਪਣਾ ਹੋਵੇ ਤੇ ਸਾਡੇ ਵਾਸਤੇ ਉਹ ਵੀ ਬੜਾ ਔਖਾ, ਜੋ ਵੀ ਬੱਧੇ ਹਾਂ ਆਪਾਂ। ਜੇ ਕਿਤੇ ਸੱਚ ਦੀ ਗੱਲ ਕਰਨੀ ਹੋਵੇ ਨਾ, ਸੱਚ ਦੀ ਗੱਲ
ਬਾਬੇ ਨਾਨਕ ਨੇ ਬਾਬਰ ਨੂੰ ਜਾ ਕੇ ਜਾਬਰ ਕਿਹਾ, ਕਿਤੇ ਸੌਖਾ ਥੋੜੀ ਸੀ। ਉਸ ਸਮੇਂ ਦੇ ਰਾਜੇ ਨੂੰ, ਉਸ ਸਮੇਂ ਦੀ ਹਕੂਮਤ ਨੂੰ ਜਾ ਕੇ ਲਲਕਾਰਨਾ ਵੀ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਜ਼ੁਲਮ ਕਰਦਾ ਹੈ ਲੋਕਾਂ 'ਤੇ, ਸੌਖੀ ਗੱਲ ਨਹੀਂ ਸੀ। ਸੱਚ ਕਹਿਣਾ ਜਿਹੜਾ ਉਹ ਵੀ ਬੜਾ ਔਖਾ। ਇਸ ਕਰਕੇ ਗੁਰਮੁਖ ਪਿਆਰਿਓ, ਜਿਹੜਾ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ ਨਾ, ਇਹ ਬੜੇ ਵੱਡੇ ਬੰਧਨ ਨੇ। ਬੰਦਾ ਆਪਣੇ ਧੀਆਂ ਪੁੱਤਰਾਂ ਵੱਲ ਦੇਖਦਾ, ਸੱਚ ਕਹਿਣ ਲੱਗਾ, ਆਪਣੇ ਪਰਿਵਾਰ ਵੱਲੇ ਦੇਖਦਾ, ਸਮੇਂ ਦੀ ਸਰਕਾਰ ਦੇ ਬਰਖਲਾਫ ਬੋਲਣਾ, ਉਹਨੂੰ ਸੱਚ ਸੁਣਾਉਣਾ। ਬੰਦਾ ਬੜਾ ਕੁਝ ਸੋਚਦਾ ਵੀ ਮੇਰਾ ਕਿਤੇ ਜਾਨੀ ਮਾਲੀ ਨੁਕਸਾਨ ਨਾ ਹੋ ਜੇ। ਬੰਧਨ ਆ ਨਾ, ਬੱਝਾ ਹੋਇਆ ਨਾ। ਅਤੇ ਜਿਹੜਾ ਉਸ ਮਾਲਕ ਨਾਲ ਜੁੜ ਗਿਆ, ਜਿਹੜਾ ਉਸ ਵਾਹਿਗੁਰੂ ਨਾਲ ਜੁੜ ਗਿਆ, ਉਹ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਏ। ਉਹ ਇਹ ਨਹੀਂ ਸੋਚਦਾ ਬਾਬੇ ਨਾਨਕ ਨੇ ਜਾ ਕੇ ਬਾਬਰ ਨੂੰ ਜਾਬਰ ਕਿਹਾ, ਨਾ ਸੋਚਿਆ ਥੋੜ੍ਹੀ, ਉਹ ਨਹੀਂ ਇਹ ਗੱਲ ਸੋਚਦਾ। ਫਿਰ ਉਹ ਤੇ ਗੁਰਮੁਖ ਪਿਆਰਿਓ ਫਿਰ ਸੱਚ ਸੁਣਾਈ ਸੀ ਸੱਚ ਕੀ ਬੇਲਾ। ਉਹ ਤੇ ਰੱਬ ਦੀਆਂ ਗੱਲਾਂ ਕਰਦਾ, ਵਾਹਿਗੁਰੂ ਦੀਆਂ ਗੱਲਾਂ ਕਰਦਾ। ਸਭ ਦੁੱਖ ਭੁੱਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹਰ ਭਗਤ, ਹਰ ਭਗਤ ਜਨਾ ਕੈ। ਮੋਹ ਡਿਠੇ ਜਗਤ ਤਰਿਆ ਸਭ ਲੋੜੀਐ। ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ, ਅਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰਕੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਜਿਹੜਾ ਹੈ ਉਹ ਤਰ ਜਾਂਦਾ ਹੈ। ਆਈਆਂ ਸੰਗਤਾਂ ਦਾ ਧੰਨਵਾਦ। ਬੜੇ ਪਿਆਰ ਦੇ ਨਾਲ ਮੇਰੀਆਂ ਮਾਤਾਵਾਂ ਭੈਣਾਂ ਅੰਮ੍ਰਿਤ ਵੇਲੇ ਉਦਮ ਖੰਡ ਅੰਦਰ ਪ੍ਰਵੇਸ਼ ਕਰਕੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾਉਂਦੇ ਹੋ। ਉਹਦੀ ਕਿਰਪਾ ਦੇ ਨਾਲ ਗੁਰਮੁਖ ਪਿਆਰਿਓ ਸਾਨੂੰ ਦਿਨ ਪ੍ਰਾਪਤ ਹੁੰਦਾ ਏ, ਉਹਦੀ ਕਿਰਪਾ ਦੇ ਨਾਲ ਸਾਨੂੰ ਰਾਤ ਪ੍ਰਾਪਤ ਹੁੰਦੀ ਹੈ। ਅਤੇ ਆਪਾਂ ਉਹਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੀਏ। ਮਾਲਕ ਦਾ ਸੱਚੇ ਪਾਤਸ਼ਾਹ, ਤੇਰੀ ਕਿਰਪਾ ਦੇ ਨਾਲ ਮੈਨੂੰ ਆ 4 ਘੜੀਆਂ ਸਮਾਂ ਜਿਹੜਾ ਬਤੀਤ ਹੋਇਆ, ਤੇਰੀ ਕਿਰਪਾ ਦੇ ਨਾਲ ਮੈਨੂੰ 4 ਘੜੀਆਂ ਰੈਣ ਜਿਹੜੀ ਹੈ ਬਤੀਤ ਹੋਈ ਹੈ, ਤੇਰੀ ਕਿਰਪਾ ਦੇ ਨਾਲ ਸਾਰਾ ਕੁਝ ਪ੍ਰਾਪਤ ਹੋਇਆ। ਹੁਣ ਤੂੰ ਕਿਰਪਾ ਕਰ ਸੱਚੇ ਪਾਤਸ਼ਾਹ, ਰਹਿਮਤ ਕਰ, ਮੇਰੇ 'ਤੇ ਦਇਆ ਕਰ। ਉਹਦਾ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਦੀ ਗੋਦ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੀ ਬਾਣੀ ਨਾਲ ਜ਼ਰੂਰ ਸਾਂਝ ਪਾਇਆ ਕਰੀਏ। ਆਪ ਜਪੋ ਅਵਰਾ ਨਾਮ ਜਪਾਵੋ। ਆਪ ਸਤਿਗੁਰਾਂ ਦੀ ਬਾਣੀ ਪੜ੍ਹਦੇ ਸੁਣਦੇ ਹਾਂ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਿਆ ਕਰੀਏ ਭਾਈ ਚਲੋ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫਲਾ ਬਣਾਈਏ। ਇਹ ਸਮਾਂ ਹੀ ਹੁੰਦਾ, ਮੌਕਾ ਹੀ ਹੁੰਦਾ, ਟਾਈਮ ਹੀ ਹੁੰਦਾ। ਕੋਈ ਸਤਿਗੁਰੂ ਕਿਰਪਾ ਕਰਨ, ਹਰ ਇੱਕ 'ਤੇ ਸਮਾਂ ਆਉਂਦਾ, ਅਤੇ ਆਪਾਂ ਇਸ ਤਰ੍ਹਾਂ ਬਾਣੀ ਨੂੰ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਆਈਆਂ ਸੰਗਤਾਂ ਦਾ ਧੰਨਵਾਦ। ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਾਓ ਸੀਸ, ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।